ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਔਰ ਗੁਰੂ ਜੀ ਦਾ ਖਾਸ ਰੂਪ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਿਓ। ਕੋਈ ਰਸਨਾ ਵਾਂਝੀ ਨਾ ਰਵੇ। ਇੱਕੋ ਵਾਰ ਕਹਿਣ ਤੇ ਗੱਜ ਕੇ ਬੁਲਾਇਓ ਫਤਿਹ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਜਦੋਂ ਆਪਾਂ ਫਤਿਹ ਦਾ ਜਕਾਰਾ ਲਾਉਂਦੇ ਹਾਂ ਨਾ, ਇੱਕ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਦਰਬਾਰ ਸਾਹਿਬ ਵਿੱਚ ਹਾਜ਼ਰੀ ਲੱਗ ਜਾਂਦੀ ਹੈ ਔਰ ਰਸਨਾ ਪਵਿੱਤਰ ਹੋ ਜਾਂਦੀ ਹੈ। ਦੋ ਵਾਰ ਵਾਹਿਗੁਰੂ ਜੀ ਦਾ ਸਿਮਰਨ ਵੀ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਨੂੰ ਫਤਿਹ ਬਖਸ਼ਿਸ਼ ਕੀਤੀ ਹੈ। ਅਸੀਂ ਹਰ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦਾ ਜਕਾਰਾ ਵੀ ਲਾ ਲੈਂਦੇ ਹਾਂ। ਸੋ ਰਹੋ ਵਿਚਾਰ ਕਿ ਆਪ ਜੀਆਂ ਨੇ ਕੱਲ੍ਹ ਸਰਵਣ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹਨਾਂ ਦੇ ਨਾਲ ਭਾਈ ਮਾਨ ਸਿੰਘ ਜੀ ਔਰ ਦੋ ਪਿਆਰੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ। ਕਈ ਇਤਿਹਾਸਕਾਰ ਕਹਿੰਦੇ ਆ ਜਿਹੜਾ ਪੂਰਨ ਮਸੰਦ ਦਾ ਨੌਕਰ ਸੀ ਜਿਉਣ ਉਹਦਾ ਨਾਂ, ਕਹਿੰਦੇ ਉਹ ਵੀ ਪੂਰਨ ਮਸੰਦ ਨੂੰ ਜਵਾਬ ਦੇ ਕੇ ਆ ਗਿਆ ਸੀ, ਮਗਰ ਹੀ ਆ ਗਿਆ ਸੀ ਮਹਾਰਾਜ ਦੇ। ਕਿ ਮੈਂ ਨਹੀਂ ਤੇਰੇ ਕੋਲ ਨੌਕਰੀ ਕਰਨੀ, ਜਿਹੜਾ ਆਪਦੇ ਗੁਰੂ ਦਾ ਨਹੀਂ ਬਣਿਆ ਮੇਰਾ ਕਿਵੇਂ ਬਣ ਜਾਏਗਾ। ਸੋ ਮਾਛੀਵਾੜੇ ਦੇ ਜੰਗਲ ਤੋਂ ਚੱਲ ਕੇ ਗੁਲਾਬੇ ਪੰਜਾਬੇ ਦੇ ਖੂਹ 'ਤੇ ਗਏ। ਖੂਹ ਤੋਂ ਫਿਰ ਗੁਲਾਬੇ ਪੰਜਾਬੇ ਦੇ ਘਰ ਗਏ ਪਾਤਸ਼ਾਹ, ਸੇਵਾ ਪਾਣੀ ਕੀਤੀ। ਫਿਰ ਇੱਕ ਮਾਈ ਉੱਥੇ ਰਹਿੰਦੀ, ਉਹਦਾ ਨਾਂ ਇਤਿਹਾਸ ਨੇ ਦੱਸਿਆ ਗੁਰਦੇਈ। ਉਹਨੂੰ ਸੁਨੇਹਾ ਲਾਇਆ ਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਗੁਲਾਬੇ ਪੰਜਾਬੇ ਦੇ ਘਰ ਠਹਿਰੇ ਨੇ। ਉਹ ਮਾਈ ਆ ਗਈ। ਉਹ ਮਾਈ ਨੇ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਜਿਹੜਾ ਖੱਦਰ ਬੁਣਿਆ ਸੀ, ਬਹੁਤ ਵੱਡਾ ਕੱਪੜਾ ਸੀ, ਹੱਥੀਂ ਤਿਆਰ ਕੀਤਾ ਸੀ,
ਰੋਜ਼ ਉਹ ਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚੇਤੇ ਕਰਦੀ ਸੀ, ਮਹਾਰਾਜ ਮੈਂ ਬੁੱਢੜੀ ਹਾਂ, ਸਰੀਰ ਬਿਰਧ ਹੋ ਗਿਆ ਹੈ, ਆਪ ਜੀਆਂ ਦੇ ਦਰਸ਼ਨਾਂ ਦੀ ਚਾਹਨਾ ਹੈ, ਤੇ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ। ਮੈਂ ਬੁੱਢੀ ਹੋਣ ਕਰਕੇ, ਬਜ਼ੁਰਗ ਸਰੀਰ ਹੋਣ ਕਰਕੇ ਮੈਂ ਆਨੰਦਪੁਰ ਸਾਹਿਬ ਆ ਨਹੀਂ ਸਕਦੀ। ਮਹਾਰਾਜ ਮੇਰੇ ਤੇ ਕਿਰਪਾ ਕਰੋ। ਮੈਂ ਸੁਣਿਆ ਤੁਸੀਂ ਗਰੀਬ ਨਵਾਜ ਹੋ, ਜਿਹੜਾ ਕੋਈ ਸ਼ਰਧਾ ਔਰ ਭਾਵਨਾ ਨਾਲ ਚੇਤੇ ਕਰਦਾ ਹੈ, ਮਹਾਰਾਜ ਤੁਸੀਂ ਉਹਨੂੰ ਦਰਸ਼ਨ ਦੇਣ ਆ ਜਾਂਦੇ ਹੋ। ਰੋਜ਼ ਅਰਦਾਸਾਂ ਕਰਦੀ ਸੀ ਮਾਈ। ਤੇ ਜਿਹੜੀ ਸੱਚੇ ਦਿਲੋਂ ਅਰਦਾਸ ਹੋਵੇ ਨਾ ਗੁਰਮੁਖੋ, ਉਹ ਅਰਦਾਸ ਜ਼ਰੂਰ ਪੂਰੀ ਹੋ ਜਾਂਦੀ ਹੈ। ਹੁਣ ਅਰਦਾਸਾਂ ਕਰਨ ਵਾਲੇ ਬੜੇ ਨੇ, ਲੱਖਾਂ ਅਰਦਾਸਾਂ ਰੋਜ਼ ਹੁੰਦੀਆਂ, ਪਰ ਪੂਰੀ ਇੱਕ ਅੱਧੀ ਹੁੰਦੀ ਹੈ, ਕਿਉਂਕਿ ਜਿਹੜੀਆਂ ਅਰਦਾਸਾਂ ਉਹ ਸਾਡੀ ਮੁੱਖ ਦੀਆਂ ਆਵਾਜ਼ਾਂ ਨੇ। ਵੈਸੇ ਅਰਦਾਸ ਉਹਨੂੰ ਕਹਿੰਦੇ ਨੇ ਜਿਹੜੀ ਦਿਲ ਦੀ ਆਵਾਜ਼ ਹੋਵੇ, ਦਿਲ ਤੋਂ ਨਿਕਲੀ ਹੋਈ ਆਵਾਜ਼ ਨੂੰ ਅਰਦਾਸ ਕਹਿੰਦੇ ਆ। ਮੈਂ ਤਾਂ ਇਹ ਵੀ ਕਹਿਣਾ ਹੁੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਕਦੇ ਨਹੀਂ ਤੁਹਾਨੂੰ ਲਿਖਿਆ ਮਿਲੇਗਾ ਕਿ ਗੁਰੂ ਚਰਨਾਂ 'ਚ ਅਰਦਾਸ ਕਰਵਾ। ਇਹ ਹੀ ਲਿਖਿਆ ਮਿਲੇਗਾ ਕਿ ਅਰਦਾਸ ਕਰ। ਅੱਜ ਅਸੀਂ ਆਪਣਾ ਨਿੱਜ ਦਾ ਵੀ ਕੋਈ ਕੰਮ ਹੋਵੇ ਨਾ, ਮਾਫ ਕਰਿਓ ਜੇ ਵਿੱਚ ਵਿਚੋਲਾ ਲੱਭਦੇ ਹਾਂ। ਹਾਂ, ਕਿਸੇ ਲੀਡਰ ਨੂੰ, ਕਿਸੇ ਮੰਤਰੀ ਸੰਤਰੀ ਨੂੰ ਮਿਲਣਾ ਹੋਵੇ ਤੇ ਉਹਦੇ ਪੀਏ ਦੀ ਲੋੜ ਪੈ ਜਾਂਦੀ ਹੈ, ਪਰ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਰਿਆਂ ਨੂੰ ਬਰਾਬਰਤਾ ਹੀ ਦਿੱਤੀ ਹੈ। ਗੁਰੂ ਦੇ ਕੋਲ ਆ ਕੇ ਹਰ ਬੰਦਾ ਆਪਣੇ ਸ਼ੁਕਰਾਨੇ ਦੀ ਬਾਤ ਕਰ ਸਕਦਾ ਹੈ, ਹਰ ਬੰਦਾ ਆਪਣਾ ਦੁੱਖ ਵੀ ਦੱਸ ਸਕਦਾ, ਸੁੱਖ ਵੀ ਦੱਸ ਸਕਦਾ। ਜ਼ਰੂਰੀ ਨਹੀਂ ਕਿ ਅਰਦਾਸ ਇੱਕ ਵੱਡੀ ਅਰਦਾਸ, ਇਹ ਸਾਡਾ ਕੌਮੀ ਕਨਸੈਪਟ ਆ ਜਿਹੜਾ ਕਿ ਸੰਗਤ ਦੇ ਇਕੱਠ ਵਿੱਚ ਜਿਹੜੀ ਅਰਦਾਸ ਕਰਨੀ ਉਹ ਗ੍ਰੰਥੀ ਸਿੰਘ ਨੇ ਹੀ ਕਰਨੀ ਹੁੰਦੀ ਹੈ। ਜਿਹੜੀ ਨਿੱਜ ਦੀ ਅਰਦਾਸ ਹੈ ਗੁਰਮੁਖੋ, ਉਹ ਆਪਣੀ ਆਪ ਦੀ ਅਰਦਾਸ ਆਪ ਗੁਰੂ ਦੇ ਚਰਨਾਂ 'ਚ ਕਰਨੀ ਚਾਹੀਦੀ ਹੈ। ਮਾਫ ਕਰਿਓ ਜੀ, ਜਿਹੜੀ ਅਰਦਾਸ ਤੁਸੀਂ ਇੱਕ ਗ੍ਰੰਥੀ ਸਿੰਘ ਲੱਭ ਕੇ ਕਰਵਾਉਣੇ ਹੋ ਨਾ, ਸਾਡੇ ਤਾਂ ਅਰਦਾਸ ਰਟੀ ਵੀ ਹੈ। ਦਿਨ 'ਚ ਪਤਾ ਨਹੀਂ ਕਿੰਨੀਆਂ ਕੁ ਅਰਦਾਸਾਂ ਅਸੀਂ ਕਰ ਦਿੰਦੇ ਹਾਂ, ਰੱਟਾ ਲਾਇਆ ਹੋਇਆ। ਗੁਰੂ ਚਰਨਾਂ 'ਚ ਖੜ ਕੇ ਵੀ ਉਹ ਰੱਟੇ ਵਾਲੀ ਅਰਦਾਸ ਅਸੀਂ ਪੜ੍ਹ ਦੇਣੀ ਹੈ। ਫਿਰ ਅਸੀਂ ਕਹਿੰਦੇ ਅਰਦਾਸ ਤਾਂ ਕਰਾਈ ਸੀ, ਪੂਰੀ ਨਹੀਂ ਹੋਈ। ਜੇ ਉਹੀ ਅਰਦਾਸ ਤੁਸੀਂ ਕਿਤੇ ਆਪਦੀ ਆਪ ਗੁਰੂ ਦੇ ਚਰਨਾਂ 'ਚ ਕਰ ਜਾਵੋ ਤੇ ਮੇਰਾ 101% ਪੱਕਾ ਵਾਅਦਾ, ਗੁਰੂ ਨੇ ਸੁਣ ਲੈਣੀ ਤੁਹਾਡੀ। ਤੁਸੀਂ ਅਰਦਾਸ ਦਿਲ ਤੋਂ ਕਰੋਗੇ। ਕਹਿੰਦੇ ਨੇ ਕੌਣ ਜਾਣੈ ਪੀਰ ਪਰਾਈ, ਕਿਸੇ ਦੇ ਦਰਦ ਨੂੰ ਕੌਣ ਜਾਣਦਾ ਹੁੰਦਾ ਹੈ? ਇਹ ਤਾਂ ਜਿਹਦੇ ਦਿਲ ਨੂੰ ਲੱਗੀਆਂ ਉਹਨੂੰ ਹੀ ਪਤਾ ਹੁੰਦਾ ਹੈ। ਜਿਹੜਾ ਦੁਖੀ ਹੈ ਉਹ ਗੁਰੂ ਦੇ ਚਰਨਾਂ 'ਚ ਖੜ ਕੇ ਜਦੋਂ ਅਰਦਾਸ ਕਰੇਗਾ, ਉਹ ਦਿਲੋਂ ਅਰਦਾਸ ਕਰੇਗਾ, ਦਿਲ ਤੋਂ ਨਿਕਲੀ ਹੋਈ ਆਵਾਜ਼ ਗੁਰੂ ਚਰਨਾਂ ਤੱਕ ਪਹੁੰਚ ਜਾਂਦੀ ਹੈ। ਮੁੱਖ ਤੋਂ ਨਿਕਲੀ ਹੋਈ ਆਵਾਜ਼ ਗੁਰੂ ਚਰਨਾਂ ਵਿੱਚ ਨਹੀਂ ਪਹੁੰਚਦੀ। ਹੁਣ ਜੇ ਆਪਾਂ ਦੂਜੇ ਪਾਸੇ ਫਿਰ ਦੇਖੀਏ, ਇੱਕ ਤੁਕਲਾਣੀ ਪਿੰਡ ਹੈ। ਤੁਕਲਾਣੀ ਪਿੰਡ ਇੱਥੇ ਜਲਾਲ ਦੇ ਕੋਲ ਭਗਤੇ ਤੋਂ ਥੋੜ੍ਹਾ ਜਿਹਾ ਪਰੇ ਨੂੰ ਪੈਂਦਾ ਹੈ। ਉਹ ਅੱਜ ਉਹ ਪਿੰਡ ਹੈ ਨਹੀਂ। ਉਸ ਪਿੰਡ ਦੇ ਵਿੱਚ ਇੱਕ ਭਾਈ ਸਾਧੂ ਰਹਿੰਦਾ ਹੈ। ਇੱਕ ਉਹਦਾ ਪੁੱਤਰ ਹੈ ਰੂਪ ਚੰਦ। ਇਹ ਆਪਣੇ ਖੇਤ ਗਏ, ਜੰਗਲ ਸੀ, ਤੇ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਰਹੇ ਨੇ। ਤੇ ਜਦੋਂ ਘਰ ਤੋਂ ਤੁਰੇ ਨਾ,
ਗਰਮੀ ਦੇ ਦਿਨ ਸੀ। ਕਹਿੰਦੇ ਇੱਕ ਕੂਨਾ ਪਾਣੀ ਦਾ ਭਰ ਲਿਆ। ਕੂਨਾ ਸਮਝਦੇ ਹੋਗੇ ਇੱਕ ਬੈਕ ਹੁੰਦਾ ਜਿਹਦੇ 'ਚੋਂ ਪਾਣੀ ਬਾਹਰ ਨਹੀਂ ਨਿਕਲਦਾ। ਆਮ ਇਹ ਕੂਨਾ ਟਰੱਕਾਂ ਵਾਲੇ ਵੀਰਾਂ ਦੇ ਕੋਲ ਹੁੰਦਾ। ਉਹ ਕੂਨਾ ਪਾਣੀ ਨਾਲ ਭਰ ਲੈਂਦੇ, ਉਹ ਝੋਲਾ ਜਿਹੜਾ, ਅਤੇ ਉਹਨੂੰ ਟਰੱਕ ਦੇ ਬਾਹਰ ਟੰਗ ਦਿੰਦੇ। ਹਵਾ ਲੱਗ ਲੱਗ ਕੇ ਉਹ ਠੰਡਾ ਹੋ ਜਾਂਦਾ। ਕਹਿੰਦੇ ਕੂਨਾ ਪਾਣੀ ਦਾ ਭਰ ਲਿਆ ਅਤੇ ਲਿਜਾ ਕੇ ਇੱਕ ਜੰਡ ਦੇ ਦਰੱਖਤ ਨਾਲ ਬੰਨ੍ਹ ਦਿੱਤਾ। ਆਪ ਰੂਪ ਚੰਦ ਜੀ ਅਤੇ ਉਹਦਾ ਪਿਤਾ ਸਾਧੂ ਜੀ ਲੱਕੜਾਂ ਕੱਟਣ ਲੱਗ ਪਏ। ਬਹੁਤ ਹੀ ਗਰਮੀ ਸੀ। ਜਦੋਂ ਪਿਆਸ ਲੱਗੀ ਨਾ ਤੇ ਆਣ ਕੇ ਪਾਣੀ ਪੀਣ ਲੱਗੇ ਤੇ ਪਾਣੀ ਬਹੁਤ ਠੰਡਾ ਸੀ। ਤੇ ਰੂਪ ਚੰਦ ਜੀ ਪਤਾ ਕੀ ਕਹਿੰਦੇ? ਕਹਿੰਦੇ ਪਿਤਾ ਜੀ ਇਹ ਪਾਣੀ ਆਪਣੇ ਪੀਣ ਦੇ ਯੋਗ ਨਹੀਂ ਹੈ। ਬਾਬਾ ਸਾਧੂ ਕਹਿੰਦਾ ਫਿਰ? ਬਾਬਾ ਰੂਪ ਚੰਦ ਜੀ ਕਹਿੰਦੇ ਇਹ ਪਾਣੀ ਤਾਂ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੀਣ ਵਾਲਾ। ਇੰਨੀ ਗਰਮੀ 'ਚ ਇੰਨਾ ਠੰਡਾ ਪਾਣੀ। ਕਹਿੰਦੇ ਮਹਾਰਾਜ ਦਰਸ਼ਨ ਦਿਓ, ਤੁਸੀਂ ਪਾਣੀ ਛਕੋਗੇ ਤੇ ਅਸੀਂ ਛਕਾਂਗੇ, ਨਹੀਂ ਅਸੀਂ ਛਕਣਾ ਹੀ ਨਹੀਂ। ਦੋਵੇਂ ਪਿਓ ਪੁੱਤ ਬੈਠ ਗਏ, ਬੇਹਾਲ ਹੋ ਗਏ। ਅੱਤ ਦੀ ਗਰਮੀ, ਪਿਆਸ ਬੜੀ ਲੱਗੀ, ਪਾਣੀ ਨਾ ਪੀਤਾ। ਤੇ ਇਧਰ ਮੀਰੀ ਪੀਰੀ ਦੇ ਮਾਲਕ ਸੱਚੀਆਂ ਸਰਕਾਰਾਂ ਡਰੋਲੀ ਭਾਈ ਦੀ ਧਰਤੀ ਤੇ ਆਪਣੇ ਸਾਂਢੂ ਦੇ ਕੋਲ, ਸਾਈਂ ਦਾਸ ਦੇ ਕੋਲ ਆਏ ਹੋਏ ਆ। ਡਰੋਲੀ ਭਾਈ ਤੇ ਮਹਾਰਾਜ ਸੇਵਕਾਂ ਨੂੰ ਕਹਿੰਦੇ ਘੋੜਾ ਤਿਆਰ ਕਰ ਦਿਓ। ਅੱਗੇ ਸੇਵਕ ਨਾਲ ਜਾਂਦੇ ਸੀ, ਅੱਜ ਇਕੱਲੇ ਹੀ ਤੁਰ ਪਏ। ਤੇ ਸੇਵਕਾਂ ਨੇ ਆਖਿਆ ਮਹਾਰਾਜ ਇੰਨੀ ਗਰਮੀ, ਆਰਾਮ ਕਰਨ ਦਾ ਸਮਾਂ, ਦੁਪਹਿਰ ਲੱਗੀ ਹੋਈ, ਤੁਸੀਂ ਕਿੱਧਰ ਜਾ ਰਹੇ ਆ? ਮਹਾਰਾਜ ਕਹਿੰਦੇ ਜਦੋਂ ਕੋਈ ਪ੍ਰੇਮ ਨਾਲ ਖਿੱਚ ਲਏ ਫਿਰ ਆਰਾਮ ਨਹੀਂ ਹੁੰਦਾ। ਘੋੜੇ ਤੇ ਚੜ੍ਹੇ ਮਹਾਰਾਜ, ਸਵਾਰ ਹੋਏ ਘੋੜੇ। ਡਰੋਲੀ ਭਾਈ ਤੋਂ ਚੱਲ ਕੇ ਤੁਕਲਾਣੀ ਪਿੰਡ, ਅੱਜ ਉਹ ਪਿੰਡ ਹੈ ਨਹੀਂ, ਤਬਾਹ ਹੋ ਗਿਆ। ਪਰ ਉਸ ਪਿੰਡ ਦੇ ਕੋਲ ਜਿੱਥੇ ਜੰਗਲ ਸੀ ਨਾ, ਜਿਹੜੇ ਜੰਡ ਦੇ ਨਾਲ ਕੂਨਾ ਪਾਣੀ ਦਾ ਟੰਗਿਆ ਸੀ, ਅੱਜ ਉੱਥੇ ਗੁਰਦੁਆਰਾ ਜੰਡ ਸਾਹਿਬ ਸੁਭਾਇਮਾਨ ਹੈ। 5 ਪਿੰਡਾਂ ਦੇ ਵਿਚਾਲੇ, ਇੱਕ ਪਾਸੇ ਨੂੰ ਗੁੰਮਟੀ ਪੈ ਜਾਂਦਾ, ਦੂਜੇ ਪਾਸੇ ਨੂੰ ਜਲਾਲ ਪੈ ਜਾਂਦਾ, ਇੱਕ ਪਾਸੇ ਨੂੰ ਭਗਤਾ ਪੈ ਜਾਂਦਾ, ਇੱਕ ਪਾਸੇ ਕੋਠਾ ਗੁਰੂ ਕਾ ਤੇ ਇੱਕ ਪਾਸੇ ਦਿਆਲਪੁਰਾ ਮਿਰਜੇ ਕਾ। ਇਹਨਾਂ ਪਿੰਡਾਂ ਦੇ ਵਿਚਾਲੇ ਇੱਕ ਗੁਰਦੁਆਰਾ ਸਾਹਿਬ, ਜੰਡ ਸਾਹਿਬ। ਕਹਿੰਦੇ 6ਵੇਂ ਪਾਤਸ਼ਾਹ ਚੱਲ ਕੇ ਆ ਗਏ ਤੇ ਉਹਨਾਂ ਨੂੰ ਆਵਾਜ਼ ਦਿੱਤੀ। ਕਹਿਣ ਲੱਗੇ ਸਾਨੂੰ ਪਿਆਸ ਲੱਗੀ, ਤੁਹਾਡੇ ਕੋਲ ਪਾਣੀ ਹੈ? ਜਦੋਂ ਉਹਨਾਂ ਵੇਖਿਆ ਨਾ ਵੀ ਆਵਾਜ਼ ਆਈ ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਖੜੇ, ਗਦ ਗਦ ਹੋ ਗਏ, ਚਰਨਾਂ 'ਚ ਡਿੱਗ ਪਏ। ਮਹਾਰਾਜ ਇੰਨੇ ਸਮਰੱਥ ਹੋ, ਯਾਦ ਕੀਤਾ ਸੀ, ਛੇਤੀ ਆ ਗਏ ਦਰਸ਼ਨ ਦੇਣ। ਤੇ ਗੁਰਮੁਖੋ ਜਿੱਥੇ ਹੁਣ ਹੋਰ ਪਾਸੇ ਆਈਏ, ਜਦੋਂ ਐਮਨਾਬਾਦ ਦੀ ਧਰਤੀ ਤੇ ਮਾਲ ਪੂੜਿਆਂ ਦਾ ਲੰਗਰ ਲਾਇਆ ਹੈ, ਮਲਕ ਭਾਗੋ ਨੇ ਬਾਬੇ ਨਾਨਕ ਨੂੰ ਸੁਨੇਹਾ ਘੱਲਦੇ ਆ ਵਾਰ-ਵਾਰ ਜਾ ਕੇ। ਇੱਕ ਪਾਸੇ ਤਾਂ ਯਾਦ ਹੀ ਕੀਤਾ ਨਾ ਪਾਣੀ ਰੱਖ ਕੇ, ਤੇ ਮਹਾਰਾਜ ਪ੍ਰੇਮ ਦੇ ਵਧੇ ਆ ਗਏ। ਇੱਕ ਪਾਸੇ ਮਾਲ ਪੂੜਿਆਂ ਦਾ ਲੰਗਰ ਲੱਗਿਆ, ਆਪਣੇ ਆਦਮੀ ਭੇਜੇ ਮਲਕ ਭਾਗੋ ਨੇ ਬਾਬੇ ਨਾਨਕ ਤੱਕ ਜਾ ਕੇ, ਕਹਿੰਦੇ ਆਓ ਮਾਲ ਪੂੜੇ ਛਕ ਲਓ। ਮਲਕ ਭਾਗੋ ਤੁਹਾਨੂੰ ਚੇਤੇ ਕਰਦਾ, ਸੁਨੇਹਾ ਭੇਜਿਆ ਸਾਡੇ ਕੋਲ। ਤੇ ਜਿੱਥੇ ਮਾਲ ਪੂੜਿਆਂ ਦਾ ਲੰਗਰ ਲੱਗਿਆ ਉੱਥੇ ਬਾਬਾ ਨਾਨਕ ਗਿਆ ਕੋਈ ਨਹੀਂ। ਮੈਂ ਤਾਂ ਕਹਿੰਦਾ ਵੀ ਅੱਜ ਅਸੀਂ ਲੰਗਰਾਂ 'ਤੇ ਖਰਚਾ ਬਹੁਤਾ ਕਰਦੇ ਹਾਂ। ਜਿੱਥੇ ਵੱਡੇ ਵੱਡੇ ਲੰਗਰ ਲਾਏ ਜਾਂਦੇ, ਟਾਇਰ ਸੁੱਟ ਕੇ ਸੜਕਾਂ 'ਤੇ, ਸੜਕਾਂ ਜਾਮ ਕਰਕੇ ਧੱਕੇ ਨਾਲ ਲੰਗਰ ਖਵਾਏ ਜਾਂਦੇ, ਉੱਥੇ ਬਾਬਾ ਨਾਨਕ ਨਹੀਂ ਆਉਂਦਾ।
गुरु नानक पातशाह महाराज नूं तां कोई प्रेम नाल चेते कर ले ते वो पानी रख के चेते कीता सी। बाबे भाई रूप चंद ने छेवें पातशाह उत्थे भी चले गए सी। रहो विचार। हुण गुरदेई माता 10वें पातशाह महाराज जियां दे चरनां दा ध्यान धर के रोज़ ही अरदास करदी, महाराज दिओ दर्शन। बस सबब बन गया, मन की मुराद पूरी करनी सी। ते गुरु गोबिंद सिंह महाराज ने सुनेहा भेजिया, माई नूं सुनेहा मिल गया, जिन्हों चेते करदियां आए होए आ। माई हुण वो अपना कपड़ा चुक के ते गुलाबे पंजाबे दे घर वल भजी जांदी है। छेती पुछदी, कहंदी कित्थे आ महाराज? कहंदे उपर चुबारे च विराजमान ने। गुरदेई माँ गुरु गोबिंद सिंह महाराज जी दे दर्शन करदी है, हथ जोड़ के कहंदी है, सुनिया सी गरीब नवाज है, दिल तो कीती अरदास सुन लैना। सुनिया सी, अज प्रतख दिखिया कि मैं दिल तो अरदास करदी सी, महाराज तुसीं सच्ची ही मैनू दर्शन देण आ गए हो। मैनू गरीबड़ी नूं नवाज लिया तुसीं। मैं गरीब हाँ, मैनू तुसीं दर्शन देण आए हो। सच्चे पातशाह ने उस बीबी का भेटा किया होया कपड़ा प्रवान कर लिया। इन्हे नूं इस इलाके दे विच एक गनी खां, दो जाने सी, गनी खां नबी खां। ये घोड़ियां दा वपार करदे सी ते गुरु गोबिंद सिंह महाराज भी घोड़े रखते सी। जदों किते चंगी नस्ल का वधिया घोड़ा मिलना ना, इन्हां ने वो घोड़ा गुरु गोबिंद सिंह महाराज जी नूं आनंदपुर साहिब दे के आउणा, भावें ये माया लै लैंदे सी, बनदा मुल, पर अंदर शरधा भी रखते सी। ये गुरु गोबिंद सिंह महाराज जी नूं चंगी तरह जाणदे आ। हुण इस इलाके 'च घोड़ियां दा वपार करन आए भी कितों चंगा घोड़ा मिल जाए, घोड़े लभदे फिरदे हुंदे सी। जदों ये माछीवाड़े आए तो इन्हां नूं पता लग्या भी गुरु गोबिंद सिंह इत्थे आए होए आ, ते ये गुलाबे ते पंजाबे नूं भी जाणदे सी, क्योंकि वो भी सेवक सी, वो भी आनंदपुर साहिब जांदे सी। गनी खां होणी भी आनंदपुर साहिब जांदे सी, जाणदे सी एक दूजे। ये जदों गुलाबे ते पंजाबे दे घर गए ते अगे गुरु गोबिंद सिंह महाराज जी दे दर्शन होए। एक बार परिवार का हाल पुछया ते गुरु गोबिंद सिंह महाराज ने मुस्कुराउंदियां होइयां सारा हाल परिवार का गनी खां होना नूं दस दिता, पर उन्हां कोलों सुनिया ना गा, धा निकल गई। महाराज इन्ने वड्डे तुसी गुरु हो, दुनिया नमस्कारां करदी, लोग चेते करदे आ, वड्डे वड्डे राजे बादशाह तुहाडे दरबार च आके तुहानूं नमस्कारां करदे, तुहाडा आ हाल साडे कोलों वेखिया नहीं जांदा। असीं आनंदपुर साहिब आउंदे हुंदे सी, तुसी तुहाडे पैरां च चंदन दी चौंकी हुंदी सी, महाराज उपर 2.5 लाख दा चंदोआ, 1.25 लाख दी कलंगी हुंदी सी, मखमली सेज हुंदी सी। महाराज आ की हाल वेखिया नहीं जांदा। महाराज ने उन्हां नूं तरवास दित्ती। फिर महाराज ने गुलाबे ते पंजाबे दे घर तो जाण दा इरादा पक्का कर लिया भी जाना है, वादा कीता सी ने एक दिन पहला भी जाना है। गनी खां मनी खां होना दे नाल पातशाह ने राय की। उन्हां एक गल कही, कहन लगे महाराज तुसी गुरु हो, असी तुहाडे सेवक हो,
ਤੁਸੀਂ ਸਿਆਣੇ ਹੋ, ਅਸੀਂ ਇਆਣੇ ਆ। ਤੁਸੀਂ ਸਮਝ ਵਾਲੇ ਹੋ, ਅਸੀਂ ਬੇਸਮਝ ਆ। ਤੇ ਪਰ ਫਿਰ ਵੀ ਮਹਾਰਾਜ ਅਸੀਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ, ਜੇ ਤੁਹਾਨੂੰ ਚੰਗੀ ਲੱਗੇ ਤੇ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕਰ ਲਿਓ। ਮਹਾਰਾਜ ਕਹਿੰਦੇ ਕਿਹੜੀ ਬੇਨਤੀ ਬਈ ਕਰੋ, ਦੱਸੋ ਕੀ ਕਰਨਾ ਚਾਹੀਦਾ। ਮਹਾਰਾਜ ਅਸੀਂ ਸਾਰੇ ਘੁੰਮਦੇ ਹੀ ਆਏ ਆ, ਸਾਨੂੰ ਪਤਾ ਥਾਂ ਥਾਂ ਤੇ ਸਿਪਾਹੀ ਖੜੇ ਆ, ਥਾਂ ਥਾਂ ਤੇ ਦਰੋਗੇ ਖੜੇ ਨੇ, ਥਾਂ ਥਾਂ ਤੇ ਨਾਕੇ ਲੱਗੇ ਆ, ਰਾਹ ਸਾਰੇ ਪਹਿਆਂ ਬੰਦ ਕੀਤੀਆਂ। ਤੁਹਾਡੀ ਭਾਲ ਦੇ ਵਿੱਚ ਸਰਕਾਰ ਨੇ ਸਾਰੀ ਫੌਜ ਲਾ ਛੱਡੀ, ਤੁਹਾਨੂੰ ਲੱਭ ਰਹੇ ਨੇ। ਤੇ ਮਹਾਰਾਜ ਲੰਘੋਗੇ ਕਿੱਧਰ ਦੀ, ਇੱਕ ਸਾਡੀ ਬੇਨਤੀ ਸੁਣਿਓ ਜੀ। ਮਹਾਰਾਜ ਜੇ ਤੁਸੀਂ ਉੱਚ ਦੇ ਪੀਰ ਬਣ ਜਾਓ ਤੇ ਅਸੀਂ ਤੁਹਾਡਾ ਪਲੰਘ ਚੁੱਕ ਕੇ ਲੈ ਜਾਵਾਂਗੇ। ਜਦੋਂ ਕੋਈ ਰਸਤੇ 'ਚ ਪੁੱਛੇਗਾ ਅਸੀਂ ਮੁਸਲਮਾਨ ਹੈ, ਸਾਨੂੰ ਗੱਲਬਾਤ ਕਰਨੀ ਆਉਂਦੀ ਇਹਨਾਂ ਨਾਲ, ਤੇ ਅਸੀਂ ਕਹਿ ਦਿਆ ਕਰਾਂਗੇ ਕਿ ਇਹ ਸਾਡੇ ਪੀਰ ਨੇ, ਉੱਚ ਦੇ ਪੀਰ ਨੇ, ਸਾਡੀ ਬੇਨਤੀ ਪ੍ਰਵਾਨ ਕਰੋ। ਮਹਾਰਾਜ ਕਹਿੰਦੇ ਆਏ ਆ ਤਾਂ ਫਿਰ ਐਂ ਕਰ ਲੈਂਦੇ ਬਈ, ਠੀਕ ਹੈ। ਸੇਵਕਾਂ ਦੀ ਵੀ ਪਾਤਸ਼ਾਹ ਮੰਨਦੇ ਸੀ। ਜਿਹੜਾ ਗੁਰੂ ਦੀ ਮੰਨਦਾ ਹੈ, ਗੁਰੂ ਉਹਦੀ ਮੰਨ ਲੈਂਦਾ ਹੈ। ਅੱਜ ਸਾਡੀ ਗੁਰੂ ਚਰਨਾਂ 'ਚ ਸੁਣੀ ਕਿਉਂ ਨਹੀਂ ਜਾਂਦੀ ਭਲਾ? ਅਸੀਂ ਗੁਰੂ ਨੂੰ ਮੱਥਾ ਹੀ ਟੇਕਦੇ ਹਾਂ, ਗੁਰੂ ਦੀ ਮੰਨਦੇ ਨਹੀਂ। ਇੱਕ ਇੱਕ ਗੱਲ ਦਾ ਜਵਾਬ ਸਾਨੂੰ ਗੁਰਬਾਣੀ 'ਚੋਂ ਮਿਲ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਲਾਮ ਜਵਾਬ ਦੋਵੇਂ ਕਰੈ, ਮੁਢੋਂ ਘੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕੋਈ ਪਾਏ। ਮਹਾਰਾਜ ਕਹਿੰਦੇ ਭਾਈ ਤੁਸੀਂ ਸਲਾਮ ਵੀ ਕਰਦੇ ਹੋ। ਸਲਾਮ ਦਾ ਅਰਥ ਕੀ ਹੁੰਦਾ ਹੈ? ਮੱਥਾ ਟੇਕਣਾ, ਨਮਸਕਾਰ ਕਰਨੀ, ਨਤਮਸਤਕ ਹੋਣਾ, ਡੰਡੌਤ ਕਰਨੀ। ਸਲਾਮ। ਅਗਲਾ ਸ਼ਬਦ ਕਿਹੜਾ? ਜਵਾਬ। ਜਵਾਬ ਕੀ ਹੈ? ਜੇ ਕਿਸੇ ਦੇ ਘਰ ਜਾ ਕੇ ਪਾਠ ਪ੍ਰਕਾਸ਼ ਕਰੀਏ ਨਾ, ਤੇ ਅਗਲਾ ਕਹਿੰਦਾ ਜੀ ਸਾਡੇ ਘਰੇ ਜਦੋਂ ਪਾਠ ਪ੍ਰਕਾਸ਼ ਕਰਿਆ ਚੜ੍ਹਦੇ ਅੱਲੀ ਨੂੰ ਮੂੰਹ ਕਰ ਦਿਓ। ਤੇ ਆਪਾਂ ਕਹਿੰਦੇ ਭਾਈ ਵੀ ਗੁਰੂ ਦੀ ਮੱਤ ਇਹ ਗੱਲ ਮੰਨਦੀ ਨਹੀਂ, ਕੋਈ ਚੜ੍ਹਦਾ ਕੋਈ ਛਿਪਦਾ ਨਹੀਂ ਗੁਰੂ ਵਾਸਤੇ। ਸਾਰੀਆਂ ਦਿਸ਼ਾਵਾਂ ਇੱਕੋ ਜਿਹੀਆਂ। ਤੇ ਉਦੋਂ ਫਿਰ ਬੀਬੀਆਂ ਔਖੀਆਂ ਹੀ ਨਹੀਂ ਹੋ ਜਾਂਦੀਆਂ ਘਰੇ ਵੀ ਲੈ ਬਾਬੇ ਨੇ ਗੱਲ ਹੀ ਨਹੀਂ ਸੁਣੀ। ਜਵਾਬ ਇਹਨੂੰ ਕਹਿੰਦੇ ਜਵਾਬ। ਹਰ ਕਰਮ ਕਾਂਡ ਵਿੱਚ ਅਸੀਂ ਫਸੇ ਹਾਂ, ਪਰ ਗੁਰੂ ਦੀ ਮੱਤ ਸਾਡੇ ਪੱਲੇ ਨਹੀਂ ਹੈ। ਗੁਰੂ ਵਾਲੀ ਗੱਲ ਅਸੀਂ ਨਹੀਂ ਮੰਨਦੇ। ਗੁਰੂ ਪਾਤਸ਼ਾਹ ਨੇ ਆਖਿਆ ਨਾ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮੱਟ ਭੂਲ ਨਾ ਜਾਣੈ। ਮਹਾਰਾਜ ਕਹਿੰਦੇ ਕਿਸੇ ਮੱਟ ਕਬਰ ਸਮਾਧ ਤੇ ਭੁੱਲ ਕੇ ਵੀ ਮੱਥਾ ਨਾ ਟੇਕਿਓ। ਤੇ ਅਸੀਂ ਕੀ ਕਹਿੰਦੇ ਭੁੱਲਿਆ? ਮਹਾਰਾਜ ਤੁਸੀਂ ਸਾਨੂੰ ਰੋਕਦੇ, ਅਸੀਂ ਵੀ ਤੈਨੂੰ ਵੀ ਲੈ ਕੇ ਜਾਵਾਂਗੇ। ਅੱਜ ਕਹਿੰਦੇ ਨਹੀਂ ਵੀ ਸਾਡੇ ਖੇਤ ਬਾਬੇ ਦੀ ਜਗ੍ਹਾ, ਉੱਥੇ ਅਖੰਡ ਪਾਠ ਪ੍ਰਕਾਸ਼ ਕਰਾਉਣਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣਾ। ਮਹਾਰਾਜ ਤਾਂ ਕਹਿੰਦੇ ਤੂੰ ਮਟੀ ਤੇ ਮੱਥਾ ਨਹੀਂ ਟੇਕਣ ਜਾਣਾ, ਤੇ ਸਿੱਖ ਕਹਿੰਦਾ ਅਸੀਂ ਤੈਨੂੰ ਵੀ ਲੈ ਕੇ ਜਾਣਾ। ਗੁਰੂ ਜੀ ਕਹਿੰਦੇ ਸਰੀਰ ਤੇ ਕੋਈ ਕੱਚਾ ਧਾਗਾ ਨਹੀਂ ਬੰਨਣਾ। ਤੇ ਅੱਜ ਭੈਣਾਂ ਧਾਗਾ ਲਿਆ ਕੇ ਤੇ ਮਹਾਰਾਜ ਦੇ ਮੰਜੀ ਸਾਹਿਬ ਨਾਲ ਪਾਵੇ ਨਾ ਨਹੀਂ ਬਣ ਜਾਂਦੀਆਂ, ਜਾਂ ਗੋਲਕ ਤੇ ਦਾ ਲੱਗ ਜਾਂਦਾ, ਜਾਂ ਗੋਲਕ ਦੇ ਦਾਲੇ ਰੇਲਿੰਗ ਲੱਗੀ ਉਹਦੇ ਤੇ ਲੱਗ ਜਾਂਦਾ। ਅਸੀਂ ਕਹਿੰਦੇ ਮਹਾਰਾਜ ਤੂੰ ਸਾਨੂੰ ਧਾਗਿਆਂ ਤੋਂ ਰੋਕਦਾ, ਅਸੀਂ ਤੈਨੂੰ ਵੀ ਬੰਨ੍ਹ ਦਿਆਂਗੇ। ਬੰਨ੍ਹਦੇ ਹਾਂ ਜੀ, ਹਰ ਗੱਲ ਜਵਾਬ। ਜੇ ਕਿਸੇ ਨੂੰ ਕਹੀਏ ਭਾਈ ਗੁਰੂ ਵਾਲੇ ਬਣ ਜਾਓ, ਅੰਮ੍ਰਿਤ ਛਕ ਲਓ, ਖੰਡੇ ਬਾਟੇ ਦੀ ਪੌੜ ਲੈ ਲਓ, ਨਾ ਬਈ ਹਜੇ ਤਾਂ ਧੀ ਪੁੱਤ ਵਿਆਹੁਣ ਵਾਲੇ ਆ। ਭਾਵ ਕਿ ਹਜੇ ਖਾਣਾ ਪੀਣਾ ਹੈ। ਜਦੋਂ ਬੰਦਾ ਬੁੱਢਾ ਜਿਹਾ ਹੋ ਜਾਂਦਾ ਨਾ, ਉਦੋਂ ਫਿਰ ਕਿਰਪਾਨ ਪਾ ਲੈਂਦਾ।
ਗੋਲ ਪਰਨਾ ਇੱਕ ਗਲ 'ਚ ਵੀ ਪਾ ਕੇ ਰੱਖਦਾ, ਵੀ ਵੇਖਣ ਨੂੰ ਲੱਗਦਾ ਵੀ ਇਹ ਹੀ ਭਗਤ ਆ ਸਭ ਤੋਂ ਵੱਡਾ, ਵੀ ਇਹ ਸਭ ਤੋਂ ਵੱਡਾ। ਫਿਰ ਉਹ ਦੂਜੇ ਨੂੰ ਸਿੱਖਿਆ ਦੇਣ ਲੱਗ ਜਾਂਦਾ ਵੀ ਇੱਦਾਂ ਨਹੀਂ ਯਾਰ, ਇੱਦਾਂ ਹੁੰਦਾ। ਜਿਵੇਂ ਕਹਿੰਦੇ ਨਾ, ਇੱਕ ਸ਼ੇਰ, ਉਹਨੇ ਸਾਰੀ ਉਮਰ ਸ਼ਿਕਾਰ ਖੇਡਿਆ, ਸ਼ੇਰ ਨੇ ਸ਼ਿਕਾਰ ਖੇਡਿਆ ਨਹੀਂ, ਸ਼ਿਕਾਰ ਕੀਤਾ ਜਾਨਵਰਾਂ ਦਾ। ਜਦੋਂ ਹੁਣ ਸ਼ੇਰ ਬੁੱਢਾ ਹੋ ਗਿਆ, ਮੂੰਹ 'ਚ ਦੰਦ ਨਾ ਰਹੇ, ਤੁਰਿਆ ਜਾਵੇ ਨਾ, ਤੇ ਸ਼ੇਰ ਬੈਠਾ, ਅੱਗੋਂ ਦੀ ਲੰਘਿਆ ਜਾਵੇ ਹਰਨ, ਹਰਨ ਡਰੇ, ਸ਼ੇਰ ਕਹਿੰਦਾ ਲੰਘ ਜਾ ਲੰਘ ਜਾ, ਮੈਂ ਤਾਂ ਸ਼ਾਕਾਹਾਰੀ ਹਾਂ। ਭਾਵ ਕਿ ਹੁਣ ਇਹ ਸ਼ਾਕਾਹਾਰੀ ਹੈ ਨਹੀਂ ਸੀ, ਬਣ ਗਿਆ ਵਿਚਾਰਾ, ਕਿਉਂਕਿ ਬੁੱਢਾ ਹੋ ਗਿਆ। ਗੁਰੂ ਦੀ ਬਾਣੀ ਦੀ ਲੋੜ ਭਲਾ ਕਿਹਨੂੰ ਅੱਜ? ਗੁਰੂ ਦੀ ਬਾਣੀ ਦੀ ਲੋੜ ਆ ਸਾਡੀ ਨੌਜਵਾਨੀ ਨੂੰ, ਕਿਉਂਕਿ ਗੁਰੂ ਦੀ ਬਾਣੀ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਉਂਦੀ ਹੈ, ਮੈਥਡ, ਢੰਗ, ਵੀ ਜ਼ਿੰਦਗੀ 'ਚ ਕੀ ਕੀ ਕਰਨਾ ਚਾਹੀਦਾ ਹੈ। ਤੇ ਸਾਰੀ ਉਮਰ ਮਾੜਾਈਆਂ ਕਰ ਲਈਆਂ, ਹੁਣ ਪੁੱਤਾਂ ਨੇ ਕੰਮ ਸਾਂਭ ਲਿਆ ਤੇ ਬਾਪੂ ਨੂੰ ਕੰਮ ਕੋਈ ਨਹੀਂ। ਹੁਣ ਬਾਪੂ ਕਹਿੰਦਾ ਮੈਂ ਭਗਤੀ ਕਰਦਾ ਰੱਬ ਦੀ। ਕਿਸੇ ਦੇ ਘਰੇ ਪਾਠ ਪ੍ਰਕਾਸ਼ ਕਰ ਲਈਏ ਨਾ, ਤੇ ਬਾਣੀ ਸੁਣਨ ਭਲਾ ਕੌਣ ਬਹਿੰਦਾ? ਜਿਹੜੇ ਬਾਪੂ ਨੇ ਹੁਣ ਜ਼ਿੰਦਗੀ 'ਚ ਨਾ ਪੁੱਠਾ ਨਾ ਸਿੱਧਾ ਕੰਮ ਹੀ ਕੋਈ ਨਹੀਂ ਕਰਨਾ, ਉਹ ਬਾਪੂ ਬਾਣੀ ਸੁਣਨ ਬਹਿੰਦਾ, ਕਿਸੇ ਦੇ ਘਰੇ ਪਾਠ ਪ੍ਰਕਾਸ਼ ਕਰੀਏ। ਤੇ ਜਿਨ੍ਹਾਂ ਨੂੰ ਲੋੜ ਆ, ਜਿਨ੍ਹਾਂ ਨੇ ਹਜੇ ਵਿਚਰਨਾ ਸੰਸਾਰ 'ਚ, ਗੁਰੂ ਦੀ ਮੱਤ ਲੈ ਕੇ ਤੁਰਨਾ, ਚੰਗੇ ਕੰਮ ਕਰਨੇ ਆ, ਸਮਾਜ ਸੇਵਾ ਦੇ ਕੰਮ ਕਰਨੇ ਆ, ਉਹ ਨੇੜੇ ਹੀ ਨਹੀਂ ਆਉਂਦੇ ਬਾਣੀ ਦੇ, ਉਹ ਸੁਣਦੇ ਹੀ ਨਹੀਂ, ਬਾਪੂ ਸੁਣਦਾ। ਰਹੋ ਵਿਚਾਰ। ਗੱਲ ਕਰਦੇ ਸੀ ਕਿ ਮਹਾਰਾਜ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ। ਬੰਦਾ ਨਮਸਕਾਰ ਵੀ ਕਰਦਾ ਹੈ ਪਰ ਗੱਲ ਵੀ ਨਹੀਂ ਮੰਨਦਾ ਗੁਰੂ ਦੀ, ਦੋਵੇਂ ਗੱਲਾਂ ਹੀ ਕਰਦਾ, ਸਲਾਮ ਜਵਾਬ ਦੋਵੇਂ ਕਰੇ। ਮਹਾਰਾਜ ਕਹਿੰਦੇ ਮੁੱਢੋਂ ਘੁੱਥਾ ਜਾਏ, ਤੇਰਾ ਤਾਂ ਭਾਈ ਹਜੇ ਸਿੱਖਾਂ ਵਾਲਾ ਮੁੱਢ ਵੀ ਨਹੀਂ ਵਜਿਆ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕੋਈ ਪਾਏ। ਕਹਿੰਦੇ ਜਿਹੜੀ ਤੂੰ ਗੱਲ ਮੰਨਦਾ ਨਹੀਂ, ਉਹ ਤਾਂ ਪ੍ਰਵਾਨ ਹੋਣੀ ਨਹੀਂ, ਤੇ ਤੇਰਾ ਮੱਥਾ ਟੇਕਿਆ ਵੀ ਪ੍ਰਵਾਨ ਨਹੀਂ ਜੇ ਤੂੰ ਗੱਲ ਨਹੀਂ ਮੰਨਦਾ। ਨਾਨਕ ਦੋਵੇਂ ਕੂੜੀਆਂ ਦਾ ਅਰਥ ਦੋਵੇਂ ਗੱਲਾਂ ਹੀ ਝੂਠੀਆਂ, ਤੇਰਾ ਮੱਥਾ ਟੇਕਿਆ ਵੀ ਝੂਠਾ ਹੈ ਜੇ ਤੂੰ ਮੰਨਦਾ ਨਹੀਂ। ਜੇ ਕੋਈ ਹੁਣ ਬੱਚਾ ਆਪਣੇ ਪਿਓ ਦੇ ਤੜਕੇ ਉੱਠ ਕੇ ਰੋਜ਼ ਪੈਰੀਂ ਹੱਥ ਲਾਵੇ, ਤੇ ਬਾਪੂ ਕਹਦੇ ਪੁੱਤ ਰਾਤ ਨੂੰ ਟਾਈਮ ਨਾਲ ਘਰ ਆ ਜਾ ਕਰੋ, ਉਦੋਂ ਕਹਿੰਦਾ ਬੁੜਿਆ ਤੈਨੂੰ ਕੀ ਪਤਾ, ਮੇਰੇ ਯਾਰ ਦੋਸਤ ਰੁੱਸ ਜਾਣਗੇ। ਹਰ ਗੱਲ ਬਾਪੂ ਨੂੰ ਜਵਾਬ ਦੇਵੇ, ਤੜਕੇ ਉੱਠ ਕੇ ਪੈਰੀਂ ਹੱਥ ਲਾਵੇ, ਉਹ ਪੁੱਤ ਲਾਇਕ ਨਹੀਂ, ਉਹ ਪੁੱਤ ਨਾਲਾਇਕ ਹੀ ਹੁੰਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਬਾਪੂ ਨੇ, ਸਾਡੇ ਪਿਤਾ ਨੇ। ਰੋਜ਼ ਆਣ ਕੇ ਹਾਜ਼ਰੀ ਭਰੀਏ ਤੇ ਬਾਣੀ ਵੀ ਸੁਣੀਏ, ਤੇ ਬਾਣੀ ਦੀ ਵਿਚਾਰ ਵੀ ਸੁਣੀਏ। ਨਹੀਂ ਸੁਣ ਸਕਦੇ ਆਪ ਪੜ੍ਹ ਲਈਏ। ਬਾਣੀ ਤੇ ਪੜ੍ਹੀ ਤੇ ਸੁਣੀ ਦਾ ਹੀ ਲਾਭ ਹੁੰਦਾ ਹੈ। ਆਪਾਂ ਗੱਲ ਕਰਦੇ ਸੀ, ਜੇ ਅਸੀਂ ਗੁਰੂ ਦੀ ਮੰਨਦੇ ਹਾਂ ਤੇ ਗੁਰੂ ਸਾਡੀ ਵੀ ਮੰਨ ਲੈਂਦਾ ਹੈ। ਅਸੀਂ ਤਾਂ ਗੁਰੂ ਦੀ ਇੱਕ ਨਹੀਂ ਮੰਨਣ ਨੂੰ ਤਿਆਰ, ਆਪਦੀਆਂ ਸਾਰੀਆਂ ਹੀ ਮਨਾਉਣ ਨੂੰ ਫਿਰਦੇ ਹਾਂ, ਤੇ ਫਿਰ ਅਰਦਾਸਾਂ ਕਰੀ ਜਾਂਦੇ, ਸੁਣੀ ਕੋਈ ਨਹੀਂ ਜਾਂਦੀ। ਅੱਜ ਅਸੀਂ ਕਹਿੰਦੇ ਅਰਦਾਸਾਂ ਬਹੁਤ ਕਰ ਲਈਆਂ, ਸੁਣੀ ਨਹੀਂ ਗਈ। ਉਹ ਗੁਰੂ 'ਚ ਕਮੀ ਨਹੀਂ ਹੈ, ਗੁਰੂ ਤਾਂ ਸਰਬ ਕਲਾ ਸਮਰੱਥ ਹੈ। ਕਮੀ ਕਿਤੇ ਨਾ ਕਿਤੇ ਸਾਡੇ 'ਚ ਘਾਟ ਹੋ ਸਕਦੀ ਹੈ। ਜੇ ਸਾਡੀ ਅਰਦਾਸ ਨਹੀਂ ਪੂਰੀ ਹੋਈ, ਸਾਡੇ 'ਚ ਕਮੀ ਹੋ ਸਕਦੀ, ਸਾਡੇ 'ਚ ਘਾਟ ਹੋ ਸਕਦੀ ਹੈ। ਸਾਡਾ ਗੁਰੂ ਅਧੂਰਾ ਨਹੀਂ, ਗੁਰੂ ਤਾਂ ਪੂਰਾ ਹੈ, ਗੁਰੂ ਪੂਰਾ ਹੈ। ਇਹ ਵੀ ਨਹੀਂ ਹੋ ਸਕਦਾ ਵੀ ਦੁਨੀਆ ਦੀ ਕੋਈ ਚੀਜ਼ ਗੁਰੂ ਕੋਲੇ ਨਾ ਹੋਵੇ। ਹਰ ਦਾਤ ਗੁਰੂ ਕੋਲੇ ਹੈ, ਜਿਹੜੀ ਤੈਨੂੰ ਚਾਹੀਦੀ ਹੈ ਗੁਰੂ ਕੋਲੇ ਹੈਗੀ ਹੈ, ਪਰ ਤੇਰੇ ਕੋਲੇ ਮੰਗਣ ਦਾ, ਲੈਣ ਦਾ ਦਾਤ ਤਰੀਕਾ ਹੋਣਾ ਚਾਹੀਦਾ ਹੈ। ਜਿਹਦੇ ਕੋਲੇ ਤਰੀਕਾ ਹੀ ਨਹੀਂ, ਉਹਨੂੰ ਨਹੀਂ ਮਿਲਦੀ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗਨੀ ਖਾਂ ਹੋਣਾ ਨੇ ਬੇਨਤੀ ਕਰ ਦਿੱਤੀ, ਮਹਾਰਾਜ ਤੁਸੀਂ ਉੱਚ ਦੇ ਪੀਰ ਬਣ ਜਾਓ। ਮਹਾਰਾਜ ਨੇ ਪ੍ਰਵਾਨ ਕਰ ਲਿਆ, ਸਿੱਖਾਂ ਦੀ ਮੰਨ ਲਈ 7 ਵਚਨ। ਮਹਾਰਾਜ ਕਹਿੰਦੇ ਫਿਰ ਕੀ ਕਰਨਾ ਪੈਣਾ? ਕਹਿਣ ਲੱਗੇ ਜੀ ਨੀਲੇ ਰੰਗ ਦੇ ਵਸਤਰ ਪਾਉਣੇ ਪੈਣੇ ਆ। ਫਿਰ ਜਿਹੜਾ ਖੱਦਰ ਦਾ ਕੱਪੜਾ ਗੁਰਦੇਈ ਮਾਤਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟਾ ਕੀਤਾ ਸੀ ਨਾ,
महाराज कहिंदे भी इहनू रंग दे लो बई नीला, इहदा बनावांगे चोड़ा। गुलाबा ते पंजाबा कहिंदे जी इत्थे नेड़े ही एक ललारी है, उहदा मट लाया होया कपड़े रंगण वाला। काफ़ी हनेरा हो गया ते हनेरे च जाके उस ललारी दे घरे कहिंदे जी आ कपड़ा रंगना है ते रंगना भी नीले रंग दा है। कहिंदे जी रंग दिन्ने आ। जदों मट वेखिया मट भी विहला है, विच रंग नहीं। हथ मार के सारे देख लिया ते ललारी कहिंदा जी कल नूं रंग लिया के रंग देंगे, अज तां नहीं रंगिया जाना। कहिंदे की गल हो गई? ਉਹ ललारी कहिंदा जी मेरे कोले नीला रंग ही है नहीं। ਕਹਿੰਦੇ जी कोई हल? ਕਹਿੰਦੇ हल यही आ भी कल नूं मैं जाके लियाऊंगा ते कल शाम नूं रंगूंगा ते परसों तुहानूं ये कपड़ा मिल जाना। सेवक आए महाराज कोल, गुलाबा ते पंजाबा। उन्हें आख्या महाराज ललारी दे कोले तां नीला रंग ही है नहीं। महाराज कहिंदे उहनूं कहे मट च पानी पा के कपड़ा पा के ढक दे, इहनूं रंग चढ़ जाना है, इहनूं सुकाउण दी लोड़ नहीं, सुक्का ही निकलना है विचों। इहो जिहियां कला गुरु गोबिंद सिंह महाराज जियां दे कोले सी। हुण फेर गए। हुण ਉਹ ललारी ਨੂੰ ਜਦੋਂ इदां ਕਿਹਾ ਤਾਂ सोचे भी ये कमले आ, भी इदां रंग किवें चढ़ जू। मट च पानी पा के रंग पाया नहीं, मट्टी च रंग पाया नहीं, कपड़े नूं रंग किवें चढ़ू ते इन्नी छेती कपड़ा सुकू किवें? ये तां छेती कर दे। वो कहिंदे सेवक कहिंदे जी जिवें असीं किहा साडे गुरु दा हुकम आ, तूं उवें ही कर एक वार। ललारी कहिंदा जी चलो तुहाडे कहण ते कर दिना है, पर इदां होना नहीं। कहिंदे वो कपड़ा मट्टी च पाया ते जदों थोड़े चिर बाद कपड़ा देखिया ते नीला नीला रंग चढ़ गया। ललारी हैरान होया। वो हुण रात नूं नाले तां कपड़ा देण आउंदा, नाले कहिंदा मैनूं उस गुरु दे दर्शन कराओ जिहड़े गुरु ने तुहानूं भेजिआ। हुण ललारी भी गुरु गोबिंद सिंह महाराज जियां दे दर्शन करन गया। ते इस तो अगली इतिहास की विचार ये आपां कल नूं फिर इत्थों ही इतिहास की लड़ी जोड़ लांगे। दास तो इतिहास सरवण कराउंदिआं संगत जी नाल गुरमत विचारां करदिआं एक नहीं अनेकां भुल्लां होईआं होणीआं गुरु और